ਅਸੀਂ ਭਾਰਤ ਮਾਤਾ ਦੀ ਜੈ ਕਹਿੰਦੇ, ਅਸੀਂ ਇੰਡੀਆ ਦੀ ਜੈ ਕਿਉਂ ਨਹੀਂ ਕਹਿੰਦੇ? ਕਿ ਸਾਡੇ ਦੇਸ਼ ਨੂੰ ਅੰਗਰੇਜ਼ੀ ਦੇ ਵਿੱਚ ਇੰਡੀਆ ਕਿਹਾ ਜਾਂਦਾ ਤੇ ਹਿੰਦੀ ਦੇ ਵਿੱਚ ਭਾਰਤ ਕਿਹਾ ਜਾਂਦਾ। ਮੈਂ ਕਿਹਾ ਸਾਡੇ ਦੇਸ਼ ਨੂੰ ਅੰਗਰੇਜ਼ੀ ਦੇ ਵਿੱਚ ਭਾਰਤ ਕਿਉਂ ਨਹੀਂ ਲਿਖਿਆ ਜਾਂਦਾ? ਸਾਡੇ ਰਾਸ਼ਟਰੀ ਗੀਤ ਦੇ ਵਿੱਚ ਭਾਰਤ ਦਾ ਨਾਂ ਆਉਂਦਾ, ਉਹ 'ਚ ਇੰਡੀਆ ਦਾ ਨਾਂ ਕਿਉਂ ਨਹੀਂ ਆਉਂਦਾ? ਜਿੰਨੇ ਵੀ ਸਾਡੇ ਫਰੀडम ਫਾਈਟਰ ਹੋਏ ਆ, ਉਹਨਾਂ ਨੇ ਸਾਰਿਆਂ ਨੇ ਭਾਰਤ ਦੇਸ਼ ਦੇ ਹੀ ਨਾਅਰੇ ਲਾਏ ਆ। ਜਿਵੇਂ ਕਿ ਮੋਹਨਦਾਸ ਕਰਮਚੰਦ ਗਾਂਧੀ ਨੇ ਭਾਰਤ ਛੋੜੋ ਅੰਦੋਲਨ ਚਲਾਇਆ ਸੀ। ਮੈਂ ਕਹਿੰਦਾ ਉਹਨੇ ਇੰਡੀਆ ਛੋੜੋ ਅੰਦੋਲਨ ਕਿਉਂ ਨਹੀਂ ਚਲਾਇਆ? ਉਹਨਾਂ ਨੇ ਇਹ ਵੀ ਨਾਰਾ ਮਾਰਿਆ ਸੀ, ਅੰਗਰੇਜ਼ੋ ਜਾਓ ਭਾਰਤ ਛੋੜੋ। ਉਹਨਾਂ ਨੇ ਇਹ ਨਾਰਾ ਕਿਉਂ ਨਹੀਂ ਮਾਰਿਆ, ਅੰਗਰੇਜ਼ੋ ਜਾਓ ਇੰਡੀਆ ਛੋੜੋ? ਤੇ ਸ਼ਹੀਦ ਸਰਦਾਰ ਆਜਮ ਭਗਤ ਸਿੰਘ ਜੀ ਨੇ ਵੀ ਆਪਣੀ ਪਾਰਟੀ ਦਾ ਨਾਮ ਭਾਰਤੀ ਨੌਜਵਾਨ ਸਭਾ ਰੱਖਿਆ। ਉਹਨਾਂ ਨੇ ਆਪਣੀ ਪਾਰਟੀ ਦਾ ਨਾਮ ਇੰਡੀਆ ਨੌਜਵਾਨ ਸਭਾ ਕਿਉਂ ਨਹੀਂ ਸੀ ਰੱਖਿਆ? ਸਾਰੇ ਫਰੀडम ਫਾਈਟਰਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੇ ਦੇਸ਼ ਦਾ ਸਿਟੀਜ਼ਨ ਨਾਮ ਹੈ ਜੋ ਭਾਰਤ ਆ, ਤੇ ਇਹਨੂੰ ਹੀ ਹਰ ਭਾਸ਼ਾ ਦੇ ਵਿੱਚ ਭਾਰਤ ਲਿਖਣਾ ਚਾਹੀਦਾ। ਈਸਟ ਇੰਡੀਆ ਕੰਪਨੀ ਇੰਗਲੈਂਡ ਦੇ ਵਿੱਚ ਬਣੀ ਸੀ, ਉਹਨੇ ਸਾਡੇ ਉੱਤੇ 200 ਸਾਲ ਤੋਂ ਵੱਧ ਰਾਜ ਕੀਤਾ ਤੇ ਉਹਨਾਂ ਦਾ ਨਾਮ ਹੈ ਇੰਡੀਆ। ਫਿਰ ਆਜ਼ਾਦੀ ਤੇ ਗੁਲਾਮੀ ਦੇ ਵਿੱਚ ਕੀ ਫਰਕ ਆ ਜੇ ਅਸੀਂ ਵਿਦੇਸ਼ੀ ਨਾਂ ਨੂੰ ਹੀ ਇਸਤੇਮਾਲ ਕਰਨਾ ਹੈ? ਆਰੀਆ ਲੋਕਾਂ ਦੀ ਰਿਗਵੇਦ ਦੇ ਵਿੱਚ ਵੀ ਭਾਰਤ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਤੇ ਉਹਨਾਂ ਨੇ ਵੀ ਭਾਰਤ ਨੂੰ ਹੀ ਲਿਖਿਆ, ਤੇ ਸਾਡੇ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਇੰਡੀਆ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਇੰਡੀਆ ਨਾਮ ਵਿਦੇਸ਼ੀ ਸਾਬਤ ਹੋ ਜਾਂਦਾ ਤੇ ਅੱਜ ਦੀਆਂ ਸਰਕਾਰਾਂ, ਅੱਜ ਦੀਆਂ ਪਾਰਟੀਆਂ ਇਹ ਨਾਮ ਬਦਲ ਕੇ ਭਾਰਤ ਸ਼ਬਦ ਨੂੰ ਅੰਗਰੇਜ਼ੀ ਦੇ ਵਿੱਚ ਲਿਖਣਗੀਆਂ ਕਿ ਨਹੀਂ? ਜਿਵੇਂ ਕਿ ਸਾਡੇ ਦੇਸ਼ ਦੇ ਵਿੱਚ ਕੌਰਵੋ ਪਾਂਡਵਾਂ ਦੇ ਯੁੱਧ ਦਾ ਨਾਮ ਮਹਾਭਾਰਤ ਰੱਖਿਆ ਗਿਆ, ਔਰ ਸਾਡੇ ਦੇਸ਼ ਦੇ ਕਿਸੇ ਵੀ ਯੁੱਧ ਦਾ ਨਾਮ ਇੰਡੀਆ ਸ਼ਬਦ ਤੇ ਕਿਉਂ ਨਹੀਂ ਰੱਖਿਆ ਗਿਆ? ਲੇਕਿਨ ਅਸੀਂ ਬਦਨਸੀਬ ਵੀ ਹਾਂ ਕਿ ਜੇ ਸਾਡੇ ਹਿੱਸੇ ਭਾਰਤ ਸ਼ਬਦ ਆਇਆ ਤੇ ਉਹਨੂੰ ਅਸੀਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਉਂ ਨਹੀਂ ਲਿਖ ਸਕੇ? ਕੁਮਾਰ ਸੋਢੀ, ਨਵੇਂ ਸ਼ਹਿਰ ਪੰਜਾਬ ਦਾ ਰਹਿਣ ਵਾਲਾ ਹਾਂ ਕਿ ਮੈਂ ਇੱਕ ਬੁੱਕ ਲਿਖੀ ਆ ਕਿ ਅਸੀਂ ਕੀ ਹਾਂ, ਭਾਰਤੀ ਹਾਂ ਕਿ ਇੰਡੀਅਨ ਹਾਂ, ਕੀ ਅਸੀਂ ਆਜ਼ਾਦ ਹਾਂ। ਇਹ ਬੁੱਕ ਲਿਖ ਕੇ ਮੈਂ ਰਿਲੀਜ਼ ਵੀ ਕੀਤੀ ਆ। 1999 ਤੋਂ ਬੁੱਕ ਲਿਖਣੀ ਸ਼ੁਰੂ ਕੀਤੀ ਸੀ ਤੇ 2008 ਦੇ ਵਿੱਚ ਮੈਂ ਕਿਤਾਬ ਰਿਲੀਜ਼ ਕੀਤੀ ਆ, ਤੇ ਇਹ ਨਵਾਂ ਸ਼ਹਿਰ ਪੰਜਾਬ ਦੇ ਵਿੱਚ ਕੀਤੀ ਆ, ਗੁਰੂ ਰਵਿਦਾਸ ਮੰਦਿਰ ਵਿੱਚ। ਤੇ ਇਹ ਬੁੱਕ ਲਿਖ ਕੇ ਮੈਂ ਕਾਫੀ ਲੋਕਾਂ ਤੱਕ ਮੈਂ ਪਹੁੰਚਿਆ, ਕਾਫੀ ਲੀਡਰਾਂ ਨੂੰ ਮਿਲਿਆ, ਤੇ ਮੈਂ ਨਵੇਂ ਸ਼ਹਿਰ DC ਸਾਹਿਬ, ADC ਸਾਹਿਬ ਨੂੰ ਵੀ ਮਿਲਿਆ, ਪਰ ਮੈਨੂੰ ਕਿਸੇ ਨੇ ਵੀ ਇਸ ਗੱਲਾਂ ਦਾ ਜਵਾਬ ਨਹੀਂ ਦਿੱਤਾ। ਤੇ ਇਸ ਕਰਕੇ ਮੈਂ ਹੁਣ ਵੀਡੀਓ ਰਾਹੀਂ, ਆਪ ਦੇ ਚੈਨਲ ਰਾਹੀਂ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਸਾਡੇ ਦੇਸ਼ ਦਾ ਨਾਮ ਕੀ ਆ। ਜਿਵੇਂ ਕਿ ਮੈਂ ਬੁੱਕ ਦੇ ਵਿੱਚ ਸਵਾਲ ਹੈ 111 ਲਿਖੇ ਆ ਤੇ ਪਲੱਸ ਤੇ 40-50 ਕੁਐਸਚਨ ਐਕਸਟਰਾ ਲਿਖੇ ਆ। ਜਿਵੇਂ ਕਿ ਮੇਰੇ ਸਵਾਲ ਇਸ ਤਰ੍ਹਾਂ ਹਨ ਕਿ ਸਾਡੇ ਦੇਸ਼ ਨੂੰ ਅੰਗਰੇਜ਼ੀ ਦੇ ਵਿੱਚ ਇੰਡੀਆ ਕਿਹਾ ਜਾਂਦਾ ਤੇ ਹਿੰਦੀ ਦੇ ਵਿੱਚ ਭਾਰਤ ਕਿਹਾ ਜਾਂਦਾ। ਮੈਂ ਕਿਹਾ ਸਾਡੇ ਦੇਸ਼ ਨੂੰ ਅੰਗਰੇਜ਼ੀ ਦੇ ਵਿੱਚ ਭਾਰਤ ਕਿਉਂ ਨਹੀਂ ਲਿਖਿਆ ਜਾਂਦਾ? ਤੇ ਅਸੀਂ ਭਾਰਤ ਮਾਤਾ ਦੀ ਜੈ ਕਹਿੰਦੇ, ਅਸੀਂ ਇੰਡੀਆ ਦੀ ਜੈ ਕਿਉਂ ਨਹੀਂ ਕਹਿੰਦੇ? ਸਾਡੇ ਰਾਸ਼ਟਰੀ ਗੀਤ ਦੇ ਵਿੱਚ ਭਾਰਤ ਦਾ ਨਾਂ ਆਉਂਦਾ, ਉਹ 'ਚ ਇੰਡੀਆ ਦਾ ਨਾਂ ਕਿਉਂ ਨਹੀਂ ਆਉਂਦਾ? ਤੇ ਹੋਰ ਕੋਈ ਸਾਡੇ ਦੇਸ਼ ਦਾ ਰਾਸ਼ਟਰੀ ਗੀਤ ਕਿਉਂ ਨਹੀਂ ਹੈ? ਤੇ ਜਿੰਨੇ ਵੀ ਸਾਡੇ ਫਰੀडम ਫਾਈਟਰ ਹੋਏ ਆ, ਉਹਨਾਂ ਨੇ ਸਾਰਿਆਂ ਨੇ ਭਾਰਤ ਦੇਸ਼ ਦੇ ਹੀ ਨਾਅਰੇ ਲਾਏ ਆ। ਜਿਵੇਂ ਕਿ ਮੋਹਨਦਾਸ ਕਰਮਚੰਦ ਗਾਂਧੀ ਨੇ ਭਾਰਤ ਛੋੜੋ ਅੰਦੋਲਨ ਚਲਾਇਆ ਸੀ। ਮੈਂ ਕਹਿੰਦਾ ਉਹਨੇ ਇੰਡੀਆ ਛੋੜੋ ਅੰਦੋਲਨ ਕਿਉਂ ਨਹੀਂ ਚਲਾਇਆ? ਤੇ ਉਹਨਾਂ ਨੇ ਇਹ ਵੀ ਨਾਰਾ ਮਾਰਿਆ ਸੀ, ਅੰਗਰੇਜ਼ੋ ਜਾਓ ਭਾਰਤ ਛੋੜੋ। ਉਹਨਾਂ ਨੇ ਇਹ ਨਾਰਾ ਕਿਉਂ ਨਹੀਂ ਮਾਰਿਆ, ਅੰਗਰੇਜ਼ੋ ਜਾਓ ਇੰਡੀਆ ਛੋੜੋ? ਤੇ ਸ਼ਹੀਦ ਸਰਦਾਰ ਆਜਮ ਭਗਤ ਸਿੰਘ ਜੀ ਨੇ ਵੀ ਆਪਣੀ ਪਾਰਟੀ ਦਾ ਨਾਮ ਭਾਰਤੀ ਨੌਜਵਾਨ ਸਭਾ ਰੱਖਿਆ। ਉਹਨਾਂ ਨੇ ਆਪਣੀ ਪਾਰਟੀ ਦਾ ਨਾਮ ਇੰਡੀਆ ਨੌਜਵਾਨ ਸਭਾ ਕਿਉਂ ਨਹੀਂ ਸੀ ਰੱਖਿਆ? ਕਿਉਂਕਿ ਇਹਨਾਂ ਸਾਰੇ ਫਰੀडम ਫਾਈਟਰਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੇ ਦੇਸ਼ ਦਾ ਸਿਟੀਜ਼ਨ ਨਾਮ ਹੈ ਜੋ ਭਾਰਤ ਆ, ਤੇ ਇਹਨੂੰ ਹੀ ਹਰ ਭਾਸ਼ਾ ਦੇ ਵਿੱਚ ਭਾਰਤ ਲਿਖਣਾ ਚਾਹੀਦਾ। ਤੇ ਸਾਰੇ ਹੀ ਜਿੰਨੇ ਵੀ ਫਰੀडम ਫਾਈਟਰ ਹੋਏ ਆ, ਆਜ਼ਾਦੀ ਲਈ ਮਰ ਮਿਟਣ ਵਾਲੇ ਲੋਕਾਂ ਨੇ ਸਾਰਿਆਂ ਨੇ ਹੀ ਭਾਰਤ ਦੇਸ਼ ਦੇ ਹੀ ਨਾਅਰੇ ਲਾਏ ਆ, ਤੇ ਕਿਸੇ ਨੇ ਵੀ ਇੰਡੀਆ ਦੇਸ਼ ਦੇ ਨਾਅਰੇ ਨਹੀਂ ਲਾਏ। ਤੇ ਜਿਵੇਂ ਕਿ ਕਈ ਕਹਿੰਦੇ ਆ ਕਿ ਈਸਟ ਇੰਡੀਆ ਕੰਪਨੀ ਇੰਗਲੈਂਡ ਦੇ ਵਿੱਚ ਬਣੀ ਸੀ, ਉਹਨੇ ਸਾਡੇ ਉੱਤੇ 200 ਸਾਲ ਤੋਂ ਵੱਧ ਰਾਜ ਕੀਤਾ ਤੇ ਉਹਨਾਂ ਦਾ ਨਾਮ ਹੈ ਇੰਡੀਆ। ਮੈਂ ਕਿਹਾ ਵੀ ਜੇਕਰ ਈਸਟ ਇੰਡੀਆ ਕੰਪਨੀ ਨੇ 200 ਸਾਲ ਤੋਂ ਵੱਧ ਸਾਡੇ ਦੇਸ਼ 'ਤੇ ਰਾਜ ਕੀਤਾ, ਜੇ ਉਹਨਾਂ ਦਾ ਨਾਮ ਹੈ ਇੰਡੀਆ, ਜੇਕਰ ਅੱਜ ਅਸੀਂ, ਤੇ ਫਿਰ ਆਜ਼ਾਦੀ ਤੇ ਗੁਲਾਮੀ ਦੇ ਵਿੱਚ ਕੀ ਫਰਕ ਆ ਜੇ ਅਸੀਂ ਵਿਦੇਸ਼ੀ ਨਾਂ ਨੂੰ ਹੀ ਇਸਤੇਮਾਲ ਕਰਨਾ ਹੈ? ਤੇ ਜਿਨ੍ਹਾਂ ਨੇ ਐਡੀਆਂ ਕੁਰਬਾਨੀਆਂ ਦੇ ਦਿੱਤੀਆਂ ਦੇਸ਼ ਦੀ ਆਜ਼ਾਦੀ ਲਈ, ਫਿਰ ਉਹਨਾਂ ਦੀ ਅਸੀਂ ਕੀ ਕਦਰ ਕਰਦੇ ਹਾਂ ਜੇ ਅਸੀਂ ਵਿਦੇਸ਼ੀ ਨਾਂ ਹੀ ਲਿਖਣਾ ਸੀ? ਤੇ ਕਈ ਲੋਕ, ਜਿਵੇਂ ਕਿ ਸਾਡੇ ਦੇਸ਼ ਦੀ BA ਪਾਟਵਾਨ ਦੀ ਕਿਤਾਬ ਕਹਿੰਦੀ ਹੈ, ਜਦੋਂ ਸਾਡੇ ਦੇਸ਼ ਦੇ ਵਿੱਚ ਆਰੀਆ ਲੋਕ ਆਏ, ਸਿੱਧੂ ਨੇ ਇੱਥੇ ਹਮਲਾ ਕੀਤਾ, ਇਹਦਾ ਨਾਂ ਰੱਖਿਆ ਸੀ ਉਹਨਾਂ ਨੇ ਇੰਡਸ ਤੋਂ ਪਿਆ ਨਾਮ ਇੰਡੀਆ। ਫਿਰ ਇੰਡਸ ਤੋਂ ਪਿਆ ਨਾਮ ਇੰਡੀਆ, BA ਪਾਟਵਾਨ ਦੀ ਕਿਤਾਬ ਕਹਿੰਦੀ ਹੈ। ਤੇ ਕਈ ਲੋਕ ਕਹਿੰਦੇ ਆ ਕਿ ਅੰਗਰੇਜ਼ ਲੋਕਾਂ ਦਾ ਦਿੱਤਾ ਗਿਆ ਨਾਮ ਇੰਡੀਆ। ਮੈਂ ਕਿਹਾ ਵੀ ਸਪਸ਼ਟੀਕਰਨ ਕਰੋ ਵੀ ਕਿਹਦਾ ਨਾਮ ਹੈ ਇੰਡੀਆ। ਤੇ ਇੰਡੀਆ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਕਿ ਇੰਡੀਆ ਕਿੱਥੋਂ ਆਇਆ, ਕਿਉਂ ਆਇਆ, ਤੇ ਇਹਦੇ ਨਾਂ ਬਾਰੇ, ਕਿਉਂਕਿ ਸਾਡੇ ਦੇਸ਼ ਦਾ ਭਾਰਤ ਸਿਟੀਜ਼ਨ ਨਾਮ ਆ। ਜਿਵੇਂ ਕਿ ਸਾਡੇ ਦੇਸ਼ ਦੇ ਵੀ 7ਵੀਂ ਕਲਾਸ ਦੀ ਕਿਤਾਬ ਦੇ ਵਿੱਚ ਪੜ੍ਹਾਇਆ ਜਾਂਦਾ ਪੰਜਾਬੀ 'ਚ
ਤੇ ਜਿਸ ਟਾਈਮ ਸਾਡਾ ਦੇਸ਼ ਕੁਇੰਨਿਆ ਵਿੱਚ ਵੰਡਿਆ ਹੋਇਆ ਸੀ, ਕੋਈ ਵੀ ਸਾਡੇ ਦੇਸ਼ ਵਿੱਚ ਵਿਦੇਸ਼ੀ ਹਕੂਮਤ ਨਹੀਂ ਸੀ ਆਈ ਤੇ ਸਾਡਾ ਦੇਸ਼ ਕੁਇੰਨਿਆ ਵਿੱਚ ਵੰਡਿਆ ਹੋਇਆ ਸੀ। ਭਾਰਤ ਜਦੋਂ ਪੰਚਾਲ ਕਾਸੀ ਤੇ ਸਾਡੇ ਦੇਸ਼ ਦੇ ਮੁੱਖ ਕੁਇੰਨੇ ਸਨ। ਜਦੋਂ ਸਾਡੇ ਦੇਸ਼ ਵਿੱਚ ਜਿੱਦਾਂ ਵਿਦੇਸ਼ੀ ਹਕੂਮਤ ਆਈਆਂ, ਉਹਨਾਂ ਨੇ ਆਪਣੇ ਦੇਸ਼ ਦਾ ਨਾਂ ਦੇਣਾ ਸ਼ੁਰੂ ਕੀਤਾ। ਜੇ ਆਰੀਆ ਲੋਕਾਂ ਦੀ ਰਿਗਵੇਦ ਦੇ ਵਿੱਚ ਵੀ ਭਾਰਤ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਤੇ ਉਹਨਾਂ ਨੇ ਵੀ ਭਾਰਤ ਨੂੰ ਹੀ ਲਿਖਿਆ। ਤੇ ਸਾਡੇ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਇੰਡੀਆ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਭਾਰਤ ਸ਼ਬਦ ਹੀ ਲਿਖਿਆ ਗਿਆ ਹੈ ਤੇ ਸਾਡੇ ਦੇਸ਼ ਦੇ ਕਿਸੇ ਵੀ ਬੱਚੇ ਦਾ ਨਾਮ ਭਾਰਤ ਹੀ ਲਿਖਿਆ ਗਿਆ ਹੈ ਤੇ ਇੰਡੀਆ ਕਿਸੇ ਵੀ ਬੱਚੇ ਦਾ ਨਾਮ ਨਹੀਂ ਲਿਖਿਆ ਗਿਆ ਹੈ। ਜਿਵੇਂ ਕਿ ਸਾਡੇ ਦੇਸ਼ ਦੀ ਕਿ ਉਦਾਹਰਨ ਦੇ ਤੌਰ ਤੇ ਬੀਜੇਪੀ ਦੀ ਪਾਰਟੀ ਦੀ ਮੰਤਰੀ ਉਮਾ ਭਾਰਤੀ ਜੀ ਦਾ ਨਾਮ ਵੀ ਉਮਾ ਭਾਰਤੀ ਹੈ ਤੇ ਇਸ ਕਰਕੇ ਹੀ ਕਿਸੇ ਵੀ ਸਾਡੇ ਦੇਸ਼ ਦੇ ਬੱਚੇ ਦਾ ਨਾਮ ਇੰਡੀਆ ਨਹੀਂ ਰੱਖਿਆ। ਸਾਡੇ ਦੇਸ਼ ਦੇ ਬੱਚਿਆਂ ਦੇ ਕਾਫੀ ਬੱਚਿਆਂ ਦੇ ਨਾਮ ਭਾਰਤ ਸ਼ਬਦ ਤੇ ਰੱਖੇ ਗਏ ਹਨ। ਤੇ ਜਿਵੇਂ ਕਿ 98 ਦੀ ਭਾਜਪਾ ਦੀ ਸਰਕਾਰ ਨੇ ਬੰਬੇ ਦਾ ਨਾਮ ਬਦਲ ਕੇ ਮੁੰਬਈ ਕੀਤਾ, ਕਲਕੱਤੇ ਦਾ ਨਾਮ ਬਦਲ ਕੇ ਕਲਕੱਤਾ ਕੀਤਾ, ਮਦਰਾਸ ਦਾ ਨਾਮ ਕੱਟ ਕੇ ਚੇਨਈ ਕੀਤਾ। ਜੇਕਰ ਮੈਂ ਕਿ ਅੱਜ ਇੰਡੀਆ ਨਾਮ ਵਿਦੇਸ਼ੀ ਸਾਬਤ ਹੋ ਜਾਂਦਾ ਤੇ ਅੱਜ ਦੀਆਂ ਸਰਕਾਰਾਂ, ਅੱਜ ਦੀਆਂ ਪਾਰਟੀਆਂ ਇਹ ਨਾਮ ਬਦਲ ਕੇ ਭਾਰਤ ਸ਼ਬਦ ਨੂੰ ਅੰਗਰੇਜ਼ੀ ਦੇ ਵਿੱਚ ਲਿਖਣਗੀਆਂ ਕਿ ਨਹੀਂ। ਫਿਰ ਜਿਵੇਂ ਕਿ ਹੁਣ ਈਸਟ ਇੰਡੀਆ ਕੰਪਨੀ ਜਿਹੜੀ ਸੀਗੀ ਇੰਗਲੈਂਡ ਦੇ ਵਿੱਚ ਬਣੀ ਸੀ, ਇੰਗਲੈਂਡ ਦੇ ਵਿੱਚ ਈਸਟ ਇੰਡੀਆ ਕੰਪਨੀ ਬਣੀ ਸੀ। ਇੰਗਲੈਂਡ ਦੇ ਲੋਕਾਂ ਨੇ ਇੰਡੀਆ ਦੇ ਨਾਂ ਦੇ ਉੱਤੇ ਨਾ ਕੋਈ ਸੀਪੋਰਟ, ਨਾ ਕੋਈ ਏਅਰਪੋਰਟ, ਨਾ ਕੋਈ ਸਰਕਾਰੀ ਪ੍ਰਾਪਰਟੀ ਦਾ ਨਾਂ ਰੱਖਿਆ। ਲੇਕਿਨ ਈਸਟ ਇੰਡੀਆ ਕੰਪਨੀ ਨੇ ਸਾਡੇ ਉੱਤੇ 207 ਬਦਲ ਕੇ ਰਾਜ ਕੀਤਾ ਤੇ ਅਸੀਂ ਦੇਸ਼ ਦਾ ਨਾਂ ਦੇ ਦਿੱਤਾ। ਤੇ ਮੈਨੂੰ ਇਹ ਦੱਸਿਆ ਜਾਵੇ ਕਿ ਇੰਗਲੈਂਡ ਦੇ ਲੋਕ ਦੇਸ਼ ਭਗਤ ਹਨ ਕਿ ਅਸੀਂ ਲੋਕ ਦੇਸ਼ ਭਗਤ ਹਨ? ਵੀ ਸਾਡੇ ਨਾਲ ਤਾਂ ਇੰਗਲੈਂਡ ਦੇ ਲੋਕ ਦੇਸ਼ ਭਗਤ ਹਨ ਜਿਨ੍ਹਾਂ ਨੇ ਕਿ ਇੰਡੀਆ ਕੰਪਨੀ ਦੇ ਨਾਂ ਨੂੰ ਅਸੈਪਟ ਨਹੀਂ ਕੀਤਾ। ਹਾਂਜੀ ਸਰ। ਤੇ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 1 ਦੇ ਵਿੱਚ ਦੱਸਿਆ ਲਿਖਿਆ ਗਿਆ ਹੈ ਇੰਡੀਆ ਇਜ਼ ਡੈਡ ਇਜ਼ ਭਾਰਤ। ਮੈਂ ਕਿਹਾ ਜੀ ਠੀਕ ਹੈ, ਜੇ ਇੰਡੀਆ ਇਜ਼ ਡੈਡ ਇਜ਼ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਹੈ ਤੇ ਉਹਨੂੰ ਸੁਪਰੀਮ ਕੋਰਟ, ਹਾਈ ਕੋਰਟ, ਲੇਬਰ ਕੋਰਟ, ਪਾਰਲੀਮੈਂਟ, SDM ਦੀ ਅਦਾਲਤ ਦੇ ਮੇਨ ਗੇਟ ਮੋਹਰੇ ਕਿਉਂ ਨਹੀਂ ਲਿਖਿਆ ਜਾਂਦਾ ਇੰਡੀਆ ਇਜ਼ ਡੈਡ ਇਜ਼ ਭਾਰਤ? ਨੰਬਰ 1 ਕੁਐਸਚਨ। ਨੰਬਰ 2 ਕੁਐਸਚਨ ਕਿ ਜਿਹੜੇ ਕੋਈ ਪ੍ਰੋਫੈਸਰ ਬਣਦੇ ਆ, ਇੰਜੀਨੀਅਰ ਬਣਦੇ ਆ, ਡਾਕਟਰ ਬਣਦੇ ਆ ਜਾਂ ਹੋਰ ਫਿਲਾਸਫਰ ਬਣਦੇ ਆ, ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਕਿਉਂ ਨਹੀਂ ਪੜ੍ਹਾਇਆ ਜਾਂਦਾ ਇੰਡੀਆ ਇਜ਼ ਡੈਡ ਇਜ਼ ਭਾਰਤ? ਔਰ ਵਕੀਲ ਔਰ ਜਿਹੜੇ ਜੱਜ ਬਣਦੇ ਆ, ਵਕੀਲ ਬਣਦੇ ਆ, ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਕਿਉਂ ਪੜ੍ਹਾਇਆ ਜਾਂਦਾ ਇੰਡੀਆ ਇਜ਼ ਡੈਡ ਇਜ਼ ਭਾਰਤ? ਸਾਨੂੰ ਪਹਿਲੀ ਤੋਂ ਲੈ ਕੇ 12ਵੀਂ ਤੱਕ ਸਾਰੀ ਹਿਸਟਰੀ ਪੜ੍ਹਾਈ ਜਾਂਦੀ ਆ। ਬਾਬਰ ਕਦੋਂ ਆਇਆ, ਆਰੀਅਨ ਲੋਕ ਕਦੋਂ ਆਏ, ਮੁਗਲ ਲੋਕ ਕਦੋਂ ਆਏ, ਕਿੰਨਾ ਚਿਰ ਰਾਜ ਕੀਤਾ। ਭਾਰਤ ਦੇ ਰਾਸ਼ਟਰੀ ਗੀਤ ਬਾਰੇ ਵੀ ਦੱਸਿਆ ਜਾਂਦਾ, ਤਿਰੰਗੇ ਝੰਡੇ ਬਾਰੇ ਵੀ ਦੱਸਿਆ ਜਾਂਦਾ, ਅਸ਼ੋਕ ਚੱਕਰ ਬਾਰੇ ਵੀ ਦੱਸਿਆ ਜਾਂਦਾ। ਲੇਕਿਨ ਉਸ ਹਿਸਟਰੀ ਦੇ ਵਿੱਚ ਇਹ ਕਿਉਂ ਨਹੀਂ ਦੱਸਿਆ ਜਾਂਦਾ ਕਿ ਸਾਡੇ ਦੇਸ਼ ਦਾ ਨਾਮ ਇੰਡੀਆ ਇਜ਼ ਡੈਡ ਇਜ਼ ਭਾਰਤ ਆ? ਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਣ ਦਾ ਮਤਲਬ ਕੀ ਆ? ਜੇਕਰ ਦੇਸ਼, ਮੈਨੂੰ ਇਹ ਦੱਸਿਆ ਜਾਵੇ ਕਿ ਦੇਸ਼ ਦੀ ਆਜ਼ਾਦੀ ਨੇ ਸਭ ਤੋਂ ਜੱਜ ਔਰ ਵਕੀਲ ਸ਼ਹੀਦ ਹੋਇਆ ਕਿ ਆਮ ਲੋਕ ਸ਼ਹੀਦ ਹੋਇਆ? ਜੇ ਆਮ ਲੋਕ ਸ਼ਹੀਦ ਹੋਇਆ ਸਭ ਤੋਂ ਜ਼ਿਆਦਾ ਦੇਸ਼ ਦੀ ਆਜ਼ਾਦੀ ਨਹੀਂ ਤਾਂ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਦੇਸ਼ ਦਾ ਨਾਂ ਜਾਣਨ ਦਾ ਅਧਿਕਾਰ ਆ ਤੇ ਇਹਨੂੰ ਪਾਰਦਰਸ਼ੀ ਕਰਨਾ ਚਾਹੀਦਾ ਆ ਕਿ ਇੰਡੀਆ ਇਜ਼ ਡੈਡ ਇਜ਼ ਭਾਰਤ ਜੋ ਵੀ ਲਿਖਿਆ ਜਾਂਦਾ ਹੈ ਤਾਂ ਉਹ ਕਿਉਂ ਨਹੀਂ ਪੜ੍ਹਾਇਆ ਗਿਆ ਅੱਜ ਤੱਕ? ਸਾਡੇ 75 ਸਾਲ ਹੋ ਗਏ ਹਜੇ ਤੱਕ ਸਾਨੂੰ ਇਹ ਕਿਉਂ ਨਹੀਂ ਦੱਸਿਆ ਗਿਆ ਤੇ ਸਕੂਲਾਂ ਕਾਲਜਾਂ ਦੇ ਵਿੱਚ ਕਿਉਂ ਨਹੀਂ ਲਾਗੂ ਕੀਤਾ ਗਿਆ? ਜਿਵੇਂ ਕਿ ਸਾਡੇ ਦੇਸ਼ ਦੀਆਂ 15 ਭਾਸ਼ਾ ਪ੍ਰਮੁੱਖ ਹੀ ਹਨ, ਜਿਵੇਂ ਕਿ ਹਿੰਦੀ ਭਾਸ਼ਾ, ਗੁਜਰਾਤੀ ਭਾਸ਼ਾ, ਮਰਾਠੀ ਭਾਸ਼ਾ, ਤਾਮਿਲ ਭਾਸ਼ਾ, ਕੇਰਲਾ, ਗੁਜਰਾਤੀ ਭਾਸ਼ਾ। ਇਹ ਸਾਰੀਆਂ ਭਾਸ਼ਾ ਦੇ ਵਿੱਚ ਅਸੀਂ ਲੋਕ ਆਪਣਾ ਦੇਸ਼ ਦਾ ਨਾਮ ਭਾਰਤ ਹੀ ਲਿਖਦੇ ਹਾਂ। ਜਦੋਂ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਸਾਰੇ ਲੋਕ ਸਟੇਟਾਂ ਦੇ ਲੋਕ ਭਾਸ਼ਾ ਦੇ ਵਿੱਚ ਭਾਰਤ ਲਿਖਦੇ ਹਾਂ ਤਾਂ ਅਸੀਂ ਅੰਗਰੇਜ਼ੀ ਦੇ ਵਿੱਚ ਭਾਰਤ ਕਿਉਂ ਨਹੀਂ ਲਿਖਿਆ ਜਾ ਸਕਦਾ? ਕਿਉਂਕਿ ਮੈਨੂੰ ਇਹ ਦੱਸਿਆ ਜਾਵੇ ਕਿ ਸਾਡੀ ਮਾਂ ਬੋਲੀ ਭਾਰਤ ਦੀ ਮਾਂ ਬੋਲੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਬੋਲੀਆਂ ਜਾਂਦੀਆਂ, ਜਦ ਅਸੀਂ ਮਾਂ ਬੋਲੀ ਨੂੰ ਭਾਰਤ ਲਿਖਦੇ ਹਾਂ ਤੇ ਅਸੀਂ ਅੰਗਰੇਜ਼ੀ ਦੇ ਵਿੱਚ ਭਾਰਤ ਕਿਉਂ ਨਹੀਂ ਲਿਖਿਆ ਜਾ ਸਕਦਾ? ਕਿ ਸਾਨੂੰ ਬੇਕੀ ਸਾਡੀ ਮਾਂ ਬੋਲੀ ਦੀ ਕੋਈ ਇੱਜ਼ਤ ਨਹੀਂ ਹੈ? ਹਾਂਜੀ ਸਰ। ਤੇ ਫਿਰ ਅੱਗੇ ਜਿਵੇਂ ਕਿ ਸਾਡੇ ਦੇਸ਼ ਦੀ ਪਹਿਲੀ ਭਾਸ਼ਾ ਦਰਵੜ ਸੀ, ਦਰਵੜ ਖਤਮ ਹੋ ਚੁੱਕੀ ਆ ਵੀ ਅੱਜ ਤੱਕ ਅਸੀਂ ਉਹਨੂੰ ਇਕੱਠੀ ਨਹੀਂ ਕਰ ਸਕੇ ਵੀ ਇੱਕ ਦਿਨ ਸਾਡੇ ਦੇਸ਼ ਦਾ ਨਾਮ ਭਾਰਤ ਵੀ ਖਤਮ ਹੋ ਜਾਊਗਾ। ਜਿਵੇਂ ਕਿ ਸਾਡੇ ਦੇਸ਼ ਦਾ 에ਅਰ ਇੰਡੀਆ ਪਲੇਨ ਹੈ, ਉਹਨੂੰ ਅੰਗਰੇਜ਼ੀ ਦੇ ਵਿੱਚ ਵੀ 에ਅਰ ਇੰਡੀਆ ਲਿਖਿਆ ਜਾਂਦਾ, ਹਿੰਦੀ ਦੇ ਵਿੱਚ ਵੀ 에ਅਰ ਇੰਡੀਆ ਲਿਖਿਆ ਜਾਂਦਾ ਤੇ ਉਹਦੇ ਵਿੱਚ ਭਾਰਤ ਸ਼ਬਦ ਦਾ ਪ੍ਰਯੋਗ ਕਿਉਂ ਨਹੀਂ ਕੀਤਾ ਜਾਂਦਾ? ਤੇ ਸਾਡੇ ਦੇਸ਼ ਦੇ 26 ਜਨਵਰੀ 15 ਅਗਸਤ ਵਾਲੇ ਸਭ ਤੋਂ ਵੱਡੇ ਦਿਨ ਮੰਨੇ ਜਾਂਦੇ ਆ ਤੇ ਉਹਦੇ ਵਿੱਚ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ 26 ਜਨਵਰੀ ਔਰ 15 ਅਗਸਤ ਨੂੰ ਇੱਕ ਸਾਰ ਭਾਰਤ ਇੰਡੀਆ ਕਿਉਂ ਨਹੀਂ ਕਿਹਾ ਜਾਂਦਾ? ਜਿਵੇਂ ਕਿ ਸਾਡੇ ਦੇਸ਼ ਦੇ ਵਿੱਚ ਕੌਰਵ ਪਾਂਡਵਾਂ ਦੇ ਯੁੱਧ ਦਾ ਨਾਮ ਮਹਾਭਾਰਤ ਰੱਖਿਆ ਗਿਆ ਔਰ ਸਾਡੇ ਦੇਸ਼ ਦੇ ਕਿਸੇ ਵੀ ਯੁੱਧ ਦਾ ਨਾਮ ਇੰਡੀਆ ਸ਼ਬਦ ਤੇ ਕਿਉਂ ਨਹੀਂ ਰੱਖਿਆ ਗਿਆ? ਤੇ ਸਾਡੇ ਦੇਸ਼ ਦੇ ਕਿਸੇ ਵੀ ਰਾਜੇ ਨੇ ਆਪਣੇ ਪੁੱਤਰ ਦਾ ਨਾਮ ਇੰਡੀਆ ਨਹੀਂ ਰੱਖਿਆ। ਸਿਰਫ ਸਾਡੇ ਹੀ ਦੇਸ਼ ਦੇ ਰਾਜਾ ਦਸ਼ਰਥ ਜੀ ਦੇ 4 ਪੁੱਤਰ ਸਨ, ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਭਾਰਤ ਹੀ ਰੱਖਿਆ ਕਿਉਂਕਿ ਉਹਨਾਂ ਨੂੰ ਪਤਾ ਹੀ ਸੀ ਸਾਡੇ ਦੇਸ਼ ਦਾ ਨਾਮ ਭਾਰਤੀ ਹੀ ਹੈ।
ਔਰ ਤੇ ਭਾਰਤ ਹਰ ਟਾਈਮ ਤੇ ਆਪਣਾ ਰੋਲ ਦੱਸ ਰਿਹਾ ਹੈ ਕਿ ਮੇਰੇ ਨੂੰ ਪਿੱਛੇ ਸੁੱਟਿਆ ਜਾ ਰਿਹਾ ਕਿ ਇਹਨੂੰ ਵੀ ਅੱਗੇ ਲੈ ਕੇ ਆਇਆ ਜਾਵੇ। ਤੇ ਭਾਰਤ ਆਪਣਾ ਟਾਈਮ ਤੇ ਰੋਲ ਦੱਸਦਾ ਹੈ ਇਤਿਹਾਸ ਦੇ ਮੁਤਾਬਕ। ਫਿਰ ਜਿਵੇਂ ਕਿ ਸਾਡੇ ਦੇਸ਼ ਦੇ ਵਿੱਚ ਕਾਫੀ ਸਦੀਆਂ ਤੋਂ ਬਾਅਦ ਸਾਡਾ ਦੇਸ਼ ਮਾਨੋ ਆਜ਼ਾਦ ਹੋਇਆ, ਜਿਵੇਂ ਕਿ ਹਿੰਦੂ ਧਰਮ, ਬੁੱਧ ਧਰਮ, ਸਿੱਖ ਧਰਮ, ਹੋਰ ਕਾਫੀ ਪੀਰਾਂ ਫਕੀਰਾਂ ਨੇ ਹਮੇਸ਼ਾ ਨੇ ਭਾਰਤ ਦੀ ਮਦਦ ਕੀਤੀ ਹੈ, ਭਾਰਤੀ ਲੋਕਾਂ ਦੀ ਮਦਦ ਕੀਤੀ ਹੈ। ਜੇਕਰ ਅੱਜ ਤੁਸੀਂ ਕਿਸ ਦੀ ਮਦਦ ਕਰੋਗੇ, ਕਿ ਇੰਡੀਆ ਦੀ ਮਦਦ ਕਰੋਗੇ ਕਿ ਭਾਰਤ ਦੀ ਮਦਦ ਕਰੋਗੇ? ਤੇ ਕਈ ਲੋਕ ਕਹਿੰਦੇ ਆ ਕਿ ਜਿਹੜਾ ਇੰਡੀਆ ਸ਼ਬਦ ਆ ਅੰਗਰੇਜ਼ੀ 'ਚ ਇੰਡੀਆ, ਹਿੰਦੀ 'ਚ ਭਾਰਤ, ਇਹਦੀ ਟਰਾਂਸਲੇਸ਼ਨ ਆ। ਲੇਕਿਨ ਵਰਲਡ ਦੀ ਜਿਹੜੀ ਇੰਗਲਿਸ਼ ਦੀ ਬੁੱਕ ਦਾ ਰੂਲ ਆ ਕਿ ਕੰਟਰੀ ਦਾ ਨਾਂ ਤੇ ਅਕਾਦਮੀ ਦਾ ਨਾਂ, ਇਹ ਦੋ ਚੀਜ਼ਾਂ ਟਰਾਂਸਲੇਸ਼ਨ ਨਹੀਂ ਕੀਤੀਆਂ ਜਾਂਦੀਆਂ। ਤੇ ਫਿਰ ਮੈਂ ਕਿਹਾ ਵੀ ਇਹ ਕਿੱਦਾਂ ਤੁਸੀਂ ਕਹਿ ਸਕਦੇ ਆ ਵੀ ਟਰਾਂਸਲੇਸ਼ਨ ਆ? ਜਿਵੇਂ ਕਿ ਸਾਡੇ ਦੇਸ਼ ਦੇ ਪੜੋਸੀ ਮੁਲਕ ਸਾਰੇ ਇਕੱਠੇ ਸਨ ਆਪਾਂ, ਜਿਵੇਂ ਕਿ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ, ਇਹਨਾਂ ਦੀ ਸਾਰਿਆਂ ਦੀ ਹਿਸਟਰੀ ਦੇ ਵਿੱਚ ਵੀ ਭਾਰਤ ਹੀ ਲਿਖਿਆ ਜਾਂਦਾ। ਲੇਕਿਨ ਅਸੀਂ ਵੀ ਆਪਣੀ ਹਿਸਟਰੀ ਦੇ ਵਿੱਚ ਭਾਰਤ ਲਿਖਦੇ ਹਾਂ। ਲੇਕਿਨ ਆਜ਼ਾਦੀ ਤੋਂ ਬਾਅਦ ਜਿੱਦਾਂ ਮੁਲਕ ਇਹ ਅਲੱਗ ਹੋਏ, ਆਜ਼ਾਦ ਹੋਏ ਆ, ਤੇ ਉਹਨਾਂ ਨੇ ਆਪਣੇ ਦੇਸ਼ ਦੇ ਨਾ ਅੱਗੇ ਨਾ ਪਿੱਛੇ ਭਾਰਤ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਗਿਆ। ਲੇਕਿਨ 1947 ਤੋਂ ਬਾਅਦ ਅਸੀਂ ਭਾਰਤ ਸ਼ਬਦ ਨੂੰ ਜੇ ਅਪਣਾਇਆ ਹੈ ਤਾਂ ਅਸੀਂ ਅੰਗਰੇਜ਼ੀ ਦੇ ਵਿੱਚ ਭਾਰਤ ਕਿਉਂ ਨਹੀਂ ਲਿਖ ਸਕੇ? ਲੇਕਿਨ ਅਸੀਂ ਬਦਨਸੀਬੀ ਹਾਂ ਕਿ ਜੇ ਸਾਡੇ ਹਿੱਸੇ ਭਾਰਤ ਸ਼ਬਦ ਆਇਆ ਤੇ ਉਹਨੂੰ ਅਸੀਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਉਂ ਨਹੀਂ ਲਿਖ ਸਕੇ। ਅੱਜ ਤੋਂ ਜਿਸ ਟਾਈਮ ਗੋਰਿਆਂ ਲੋਕਾਂ ਦਾ ਰਾਜ ਸੀਗਾ, ਉਸ ਟਾਈਮ ਵੀ ਜਾਣ ਵਾਸਤੇ, ਵਿਦੇਸ਼ ਜਾਣ ਵਾਸਤੇ ਪਾਸਪੋਰਟ ਦੀ ਲੋੜ ਪੈਂਦੀ ਸੀਗੀ, ਤੇ ਉਹਦੇ ਪਾਸਪੋਰਟ ਦੇ ਉੱਤੇ ਲਿਖਿਆ ਜਾਂਦਾ ਸੀ ਬ੍ਰਿਟਿਸ਼ ਇੰਡੀਅਨ ਪਾਸਪੋਰਟ। ਉਹਦੇ ਨਾਲ ਅਸੀਂ ਸਾਡੇ ਲੋਕ ਆਵਾਜਾਈ ਕਰਦੇ ਸਨ। 1947 ਤੋਂ ਬਾਅਦ ਸਾਡਾ ਦੇਸ਼ ਆਜ਼ਾਦ ਹੋਇਆ ਤੇ ਪਾਕਿਸਤਾਨ ਔਰ ਬੰਗਲਾਦੇਸ਼ ਨੇ ਬ੍ਰਿਟਿਸ਼ ਵੀ ਕੱਟਿਆ ਤੇ ਇੰਡੀਅਨ ਵੀ ਕੱਟਿਆ ਪਾਸਪੋਰਟ ਦੇ ਉੱਤੇ। ਉਹਨਾਂ ਨੇ ਸਿਰਫ ਪਾਕਿਸਤਾਨ ਹੈ ਤਾਂ ਪਾਕਿਸਤਾਨ ਹੈ, ਤਾਂ ਬੰਗਲਾਦੇਸ਼ ਹੈ ਤਾਂ ਬੰਗਲਾਦੇਸ਼ ਲਿਖਿਆ। ਲੇਕਿਨ 1947 ਤੋਂ ਬਾਅਦ ਅਸੀਂ ਆਪਣਾ ਪਾਸਪੋਰਟ ਜਾਰੀ ਕੀਤਾ ਤੇ ਅਸੀਂ ਬ੍ਰਿਟਿਸ਼ ਤਾਂ ਕੱਟਿਆ, ਲੇਕਿਨ ਅਸੀਂ ਇੰਡੀਆ ਸ਼ਬਦ ਕਿਉਂ ਨਹੀਂ ਕੱਟਿਆ? ਸਾਡਾ ਭਾਰਤ ਦੇਸ਼ ਕਾਫੀ ਸਦੀਆਂ ਤੋਂ ਬਾਅਦ 1947 ਦੇ ਵਿੱਚ ਆਜ਼ਾਦ ਹੋਇਆ ਤੇ ਕਾਫੀ ਵਿਦੇਸ਼ੀ ਹਕੂਮਤਾਂ ਦਾ ਗੁਲਾਮ ਰਿਹਾ। ਤੇ ਮੈਨੂੰ ਇਹ ਗੱਲ ਦੱਸਿਆ ਜਾਵੇ ਕਿ ਇੰਡੀਆ ਸ਼ਬਦ ਕਿਹੜੀ ਹਕੂਮਤ ਦਾ ਗੁਲਾਮ ਰਿਹਾ ਹੈ ਤੇ ਕਿੰਨੇ ਸਮੇਂ ਤੱਕ ਗੁਲਾਮ ਰਿਹਾ ਹੈ। ਲੇਕਿਨ ਅਗਲਾ ਸਵਾਲ ਕਿ ਅਸੀਂ ਤਾਂ ਆਜ਼ਾਦ ਹੋ ਗਏ 1947 ਦੇ ਵਿੱਚ, ਸਾਡਾ ਭਾਰਤ ਸ਼ਬਦ ਕਦੋਂ ਆਜ਼ਾਦ ਹੋਵੇਗਾ ਜੋ ਕਿ ਆਪਣਾ ਦੇਸ਼ ਦਾ ਨਾਮ ਅੰਗਰੇਜ਼ੀ ਭਾਰਤ ਨਾਮ ਲਿਖਿਆ ਜਾਵੇਗਾ? ਸਾਡੇ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਜ਼ੁਲਮ ਕਰਨ ਵਾਲਾ ਪਾਪੀ ਨਹੀਂ, ਜ਼ੁਲਮ ਨੂੰ ਸਹਿਣ ਵਾਲਾ ਪਾਪੀ ਹੈ। ਅੱਜ ਭਾਰਤ ਉੱਤੇ ਜ਼ੁਲਮ ਹੋ ਰਿਹਾ ਹੈ ਕਿ ਉਹਨੂੰ ਇੰਟਰਨੈਸ਼ਨਲ ਦੁਨੀਆ ਦੀ ਸਭ ਤੋਂ ਵੱਡੀ ਭਾਸ਼ਾ ਦੇ ਵਿੱਚ ਆਪਣਾ ਨਾਂ ਲਿਖਣ ਦੀ ਆਜ਼ਾਦੀ ਨਹੀਂ ਹੈ। ਤੇ ਇਸ ਤੇ ਜ਼ੁਲਮ ਦੇ ਖਿਲਾਫ ਭਾਰਤ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਕਿ ਨਹੀਂ? ਸਾਡੇ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਨੇ, ਸਾਰੇ ਜਾਤਾਂ ਦੇ ਲੋਕਾਂ ਨੇ ਰਲ ਮਿਲ ਕੇ ਆਜ਼ਾਦੀ ਲਈ ਹੈ ਤੇ ਸਾਰਿਆਂ ਨੇ ਇਕੱਠੇ ਤੇ ਹੋ ਕੇ ਆਜ਼ਾਦੀ ਲਈ ਹੈ। ਤੇ ਉਹਨਾਂ ਦੀਆਂ ਸਾਰਿਆਂ ਦੀਆਂ ਮਨ ਦੀਆਂ ਭਾਵਨਾਵਾਂ ਦੀਆਂ ਕਦਰ ਕਰਦਿਆਂ ਹੋਇਆਂ ਤੇ ਦੇਸ਼ ਦਾ ਨਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਦੇਸ਼ ਭਾਰਤ ਦੇ ਸਾਰਿਆਂ ਦਾ ਸਾਂਝਾ ਆ ਤੇ ਅਸੀਂ ਸਾਰਿਆਂ ਨੇ ਇਕੱਠੇ ਨੇ ਆਜ਼ਾਦੀ ਲਈ ਆ। ਤੇ ਮੇਰੀ ਇਹ ਆਪ ਦੇ ਤੱਕ ਵੀਡੀਓ ਪਹੁੰਚ ਰਹੀ ਆ ਤੇ ਆਪ ਇਹਦੀਆਂ ਗੱਲਾਂ ਦਾ ਜਵਾਬ ਦੇਣਾ। ਜੇ ਤੁਹਾਡੇ ਕੋਲ ਜਵਾਬ ਹੈ ਨਹੀਂ, ਆਪਣੇ ਲੀਡਰਾਂ ਕੋਲ ਲਓ, ਚਾਹੇ ਆਪਣੇ ਮੰਤਰੀਆਂ ਕੋਲ ਲੈ ਕੇ ਦਿਓ। ਜਿੱਦਾਂ ਕਿ ਅੱਜ ਮੈਂ ਸਵਾਲ ਨੂੰ ਲੈ ਕੇ ਤੜਫ ਰਿਹਾ ਹਾਂ, ਕੱਲ੍ਹ ਨੂੰ ਇਸ ਗੱਲ ਨਾ ਹੋਵੇ ਤੁਹਾਡੇ ਤੇ ਆਉਣ ਵਾਲਾ ਸਮਾਂ ਅਟੈਕ ਕਰ ਦੇਵੇ। ਕਿਉਂਕਿ ਅੱਜ ਮੈਂ ਪੁੱਛਦੇ ਹਾਂ, ਕੱਲ੍ਹ ਨੂੰ ਇੱਕ ਵਿਦੇਸ਼ੀ ਆਦਮੀ ਪੁੱਛਿਆ ਤੇ ਉਹਨੂੰ ਕੀ ਜਵਾਬ ਦਊਂਗੇ? ਠੀਕ ਹੈ ਜੀ। ਤੇ ਮੈਂ ਇਹ ਕੁਐਸਚਨ ਲੈ ਕੇ ਮੈਂ 2011 ਦੇ ਵਿੱਚ ਇੰਡੀਅਨ ਐਮਬੈਸੀ ਗਿਆ ਸੀਗਾ ਤੇ ਮੈਂ ਕੌਂਸਲਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਦੱਸੋ ਜੀ ਵੀ ਦੁਬਈ ਦੇ ਵਿੱਚ, ਕੌਂਸਲਰ ਸਾਹਿਬ ਦੁਬਈ, ਮੈਂ ਕਿਹਾ ਜੀ ਵੀ ਦੱਸੋ ਸਾਡੇ ਦੇਸ਼ ਦਾ ਨਾਂ ਕੀ? ਕਹਿੰਦੇ ਜੀ ਮੈਂ ਨਹੀਂ ਦੇਸ਼ ਦਾ ਨਾਂ ਦੱਸ ਸਕਦਾ। ਮੈਂ 2 ਵਾਰੀ ਚਿੱਠੀ ਲੈ ਗਿਆ ਵੀ ਉਹਨਾਂ ਨੇ ਮੇਰੀ ਚਿੱਠੀ ਤਾਂ ਰਿਸੀਵ ਕਰਨੀ ਸੀ, ਪਰ ਕਹਿੰਦਾ ਮੈਂ ਤੁਹਾਨੂੰ ਦੇਸ਼ ਦਾ ਨਾਂ ਨਹੀਂ ਦੱਸ ਸਕਦਾ। ਸਰ ਫਿਰ ਦੇਸ਼ ਦੇ ਨਾਂ ਦੀ ਜ਼ਿੰਮੇਵਾਰੀ ਕੌਣ ਲਊਗਾ? DC ਸਾਹਿਬ ਨੂੰ ਮੈਂ ਨਵੇਂ ਸ਼ਹਿਰ ਦੇ ਨੂੰ ਮਿਲਿਆ, ਉਹ ਕਹਿੰਦਾ ਜੀ ਮੈਂ ਨਹੀਂ ਦੇਸ਼ ਦਾ ਨਾਂ ਦੱਸ ਸਕਦਾ। ਕਾਫੀ ਮੈਂ ਮੰਤਰੀਆਂ ਨਾਲ ਫੋਨ ਤੇ ਗੱਲ ਕੀਤੀ ਤੇ ਕਾਫੀ ਮੰਤਰੀਆਂ ਦੇ ਕੋਲ ਮੈਂ ਵੀ ਗਿਆ, ਉਹ ਕਹਿੰਦੇ ਅਸੀਂ ਨਹੀਂ ਦੇਸ਼ ਦਾ ਨਾਂ ਦੱਸ ਸਕਦੇ। ਸਰ ਦੇਸ਼ ਦੇ ਨਾਂ ਦੀ ਜ਼ਿੰਮੇਵਾਰੀ ਕੌਣ ਲਊਗਾ? ਦੇਸ਼ ਦਾ ਨਾਂ ਕੌਣ ਦੱਸੂਗਾ? ਸਾਡੇ ਦੇਸ਼ ਦੇ ਵਿੱਚ ਐਡੀਆਂ ਕੁਰਬਾਨੀਆਂ ਹੋ ਗਈਆਂ, ਐਡੇ ਸ਼ਹੀਦ ਹੋ ਗਏ ਤੇ ਫਿਰ ਅਸੀਂ ਦੇਸ਼ ਦਾ ਨਾਂ ਨਹੀਂ ਦੱਸ ਸਕਦੇ ਤੇ ਅਸੀਂ ਵਰਲਡ ਦੇ ਵਿੱਚ ਕੀ ਕਰ ਸਕਦੇ ਹਾਂ? ਅੱਜ ਦੀ ਦੁਨੀਆ, ਅੱਜ ਦੇ ਦੌਰ ਦੇ ਵਿੱਚ ਸਾਡੀ ਕੰਟਰੀ ਦੇ ਲੋਕ, ਭਾਰਤ ਦੇ ਲੋਕ ਬਾਹਰਲੀਆਂ ਕੰਟਰੀਆਂ ਦੇ ਵਿੱਚ ਸਾਇੰਟਿਸਟ, ਡਾਕਟਰ, ਇੰਜੀਨੀਅਰ, ਪੋਲੀਟੀਸ਼ੀਅਨ ਦੇ ਵਿੱਚ ਬੜੇ ਮੰਤਰੀ, ਬੜੇ ਅਹੁਦਿਆਂ 'ਤੇ ਬੈਠੇ ਆ। ਲੇਕਿਨ ਜੇਕਰ ਅੱਜ ਅਸੀਂ ਦੇਸ਼ ਦਾ ਨਾਂ ਨਹੀਂ ਦੱਸ ਸਕਦੇ ਤਾਂ ਫਿਰ ਉਹਨਾਂ ਦੇ ਮਨ ਦੇ ਉੱਤੇ ਕੀ ਬੀਤੂਗੀ? ਤੇ ਦੇਸ਼ ਦੇ ਨਾਂ ਦੀ ਜਲਦ ਤੋਂ ਜਲਦ ਮੇਰੀ ਬੇਨਤੀ ਆ ਕਿ ਇਹਦਾ ਜਲਦ ਤੋਂ ਜਲਦੀ ਸੋਲਿਊਸ਼ਨ ਕੱਢਿਆ ਜਾਵੇ ਔਰ ਦੇਸ਼ ਦੇ ਨਾਂ ਦੀ ਸਪਸ਼ਟੀਕਰਨ ਕੀਤਾ ਜਾਵੇ ਵੀ ਦੇਸ਼ ਦਾ ਨਾਂ ਕੀ ਆ ਤੇ ਇੰਡੀਆ ਕਿਉਂ ਰੱਖਿਆ। ਤੇ ਜੇਕਰ ਇੰਡੀਆ ਨਾਮ ਵਿਦੇਸ਼ੀ ਸਾਬਤ ਹੋ ਜਾਂਦਾ ਤੇ ਉਹਨੂੰ ਅੱਜ ਦੀਆਂ ਜਿਹੜੀ ਸਰਕਾਰਾਂ ਜਾਂ ਅੱਜ ਦੇ ਜਿਹੜੇ ਲੋਕ ਆ, ਯੂਥ ਆ, ਤੇ ਉਹ ਮੰਨਣਾ ਪਸੰਦ ਕਰਨਗੀਆਂ ਕਿ ਨਹੀਂ? ਮੇਰੇ ਅੰਦਰ ਇਹ ਜਿੰਨੇ ਵੀ ਸਵਾਲ ਸੀਗੇ ਤੇ ਮੈਂ ਤੁਹਾਡੇ ਤੱਕ ਮੈਂ ਪਹੁੰਚਾ ਰਿਹਾ, ਕਿਉਂਕਿ ਦੇਸ਼ ਸਾਰਿਆਂ ਦਾ ਸਾਂਝਾ ਆ। ਜੋ ਤੁਸੀਂ ਇਸ ਉੱਤੇ ਕਮੈਂਟ ਕਰੋਗੇ ਉਹ ਸਿਰ ਮੱਥੇ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਭਾਰਤ ਵਾਸੀਆਂ ਨੂੰ ਕਹਿੰਦਾ ਕਿ ਰਲ ਮਿਲ ਕੇ ਰਹੋ ਤੇ ਇਸ ਦੇਸ਼ ਦੇ ਨਾਂ ਦੀ ਜਾਣਕਾਰੀ ਜ਼ਰੂਰ ਰੱਖੋ ਤੇ ਜਾਣਕਾਰੀ ਆਪ ਤੱਕ ਵੀ ਪਹੁੰਚਾਓ ਤੇ ਮੇਰੇ ਤੱਕ ਵੀ ਪਹੁੰਚਾਓ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਸਾਰੇ ਭਾਰਤ ਲੋਕੀਆਂ ਨੂੰ ਪ੍ਰਣਾਮ ਕਰਦਾ ਹਾਂ। ਜੈ ਇਨਸਾਨ, ਜੈ ਭਾਰਤ, ਸਾਰੇ ਧਰਮਾਂ ਦੀ ਜੈ।